ਗੁਰੂ ਪਿਆਰੀ, ਗੁਰੂ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀ। ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਨਿਮਰਤਾ ਮਨੁੱਖਤਾ ਦਾ ਗਹਿਣਾ ਹੈ। ਨਿਮਰਤਾ ਮਨੁੱਖਤਾ ਦੀ ਪਹਿਚਾਣ ਹੈ, ਉਹ ਵੀ ਅਜੋਕੇ ਸਮੇਂ ਦੇ ਵਿੱਚ, ਜਿੱਥੇ ਕਿ ਮਨੁੱਖੀ ਮਨ ਕਾਮ ਦੇ ਧੱਕੇ ਚੜ੍ਹਿਆ, ਕ੍ਰੋਧ ਥੱਪੜ ਮਾਰ ਦਿੰਦਾ ਹੈ, ਮੋਹ ਦੀ ਦਲਦਲ ਵਿੱਚ ਫਸ ਜਾਂਦਾ ਹੈ, ਹੰਕਾਰ ਦੇ ਧੱਕੇ ਚੜ੍ਹ ਜਾਂਦਾ ਹੈ। ਜਿਵੇਂ ਸੱਚੇ ਪਾਤਸ਼ਾਹ ਬਾਣੀ 'ਚ ਫਰਮਾਉਂਦੇ ਨੇ, ਪੰਚ ਬੇਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ, ਕਿ ਹੇ ਸੱਚੇ ਪਾਤਸ਼ਾਹ, ਕਾਮ ਤੋਂ, ਕ੍ਰੋਧ ਤੋਂ, ਲੋਭ ਤੋਂ, ਮੋਹ ਤੋਂ ਤੇ ਹੰਕਾਰ ਤੋਂ ਜੇ ਸਾਨੂੰ ਕਿਸੇ ਨੇ ਬਚਾਉਣਾ ਹੈ ਤਾਂ ਤੂੰ ਹੀ ਬਚਾਉਣਾ ਹੈ। ਤੇ ਸਾਧ ਸੰਗਤ ਜੀ, ਅੱਜ ਦੇ ਸਮੇਂ ਦੇ ਵਿੱਚ ਸਾਨੂੰ ਇਕਾਗਰਤਾ ਦੀ, ਨਿਮਰਤਾ ਦੀ, ਇਕਾਗਰਤਾ ਦੀ ਇੰਨੀ ਕੁ ਜ਼ਿਆਦਾ ਲੋੜ ਹੈ, ਜ਼ਰੂਰਤ ਹੈ ਕਿ ਅਸੀਂ ਬਿਆਨ ਨਹੀਂ ਕਰ ਸਕਦੇ। ਤੇ ਸਾਧ ਸੰਗਤ ਜੀ, ਇੱਕ ਗੱਲ ਹੋਰ, ਨਿਮਰਤਾ ਹੀ ਇਕਾਗਰਤਾ ਨੂੰ ਜਨਮ ਦਿੰਦੀ ਹੈ। ਅਸੀਂ ਕਈ ਵਾਰੀ ਵੇਖਿਆ ਹੋਣਾ, ਗੁਰੂ ਘਰ ਕੋਈ ਜੋੜੇ ਸਾਫ਼ ਕਰਦਾ, ਉੱਥੇ ਬੜਾ ਨਿਮਰਤਾ ਦਾ ਪੁੰਜ ਬਣਿਆ ਬੈਠਾ। ਆਪਾਂ ਜੋੜੇ ਫੜਾਉਣ ਜਾਈਏ ਵੀ ਲੋ ਜੀ ਭਾਈ ਸਾਹਿਬ ਜੋੜੇ, ਮੈਂ ਦਰਸ਼ਨ ਕਰ ਆਵਾਂ ਦਰਬਾਰ ਸਾਹਿਬ ਜਾ ਕੇ, ਤੇ ਬੜਾ ਮੱਥਾ ਟੇਕ ਕੇ ਚੁੰਮ ਕੇ ਜੋੜੇ ਹੱਥ ਵਿੱਚ ਫੜਦਾ, ਤੇ ਉਹੀ ਬੰਦਾ ਕਈ ਵਾਰੀ ਬਾਹਰ ਨਿਕਲੇ ਤਾਂ ਉਹਦਾ ਗੁੱਸੇ ਦਾ ਪਤਾ ਲੱਗ ਜਾਂਦਾ। ਇਹਦਾ ਮਤਲਬ ਹੈ ਉਹਦੇ 'ਚ ਨਿਮਰਤਾ ਨਹੀਂ ਹੈ, ਉਹ ਸਿਰਫ ਪਖੰਡ ਕਰਦਾ ਹੈ। ਤੁਹਾਨੂੰ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਜੀਵਨ ਵਿੱਚ ਘਟੀਆਂ ਕੁਝ ਇਤਿਹਾਸਿਕ ਘਟਨਾਵਾਂ ਤੋਂ ਜਾਣੂ ਕਰਵਾਉਂਦਾ ਹਾਂ, ਜਿੱਥੋਂ ਪਤਾ ਲੱਗਦਾ ਸੱਚੇ ਪਾਤਸ਼ਾਹ ਦੀ ਵਿੱਚ ਕਿੰਨੀ ਕੁ ਨਿਮਰਤਾ ਹੋਏਗੀ, ਕਿੰਨੀ ਕੁ ਉਹਨਾਂ ਦੀ ਇਕਾਗਰਤਾ ਹੋਏਗੀ ਕਿ ਗੁਰਗੱਦੀ 'ਤੇ ਬੈਠ ਕੇ ਵੀ ਉਹਨਾਂ ਵਿੱਚ ਹੰਕਾਰ ਨਹੀਂ ਆਇਆ, ਸਗੋਂ ਨਿਮਰਤਾ ਵੱਧਦੀ ਗਈ ਤੇ ਕਈਆਂ ਨੂੰ, ਹਜ਼ਾਰਾਂ ਲੱਖਾਂ ਨੂੰ, ਪ੍ਰਾਣੀਆਂ ਨੂੰ ਗੁਰੂ ਸਾਹਿਬ ਦੇ ਨਾਲ, ਸੱਚੇ ਪਾਤਸ਼ਾਹ ਅਕਾਲ ਪੁਰਖ ਜੀ ਦੇ ਨਾਲ ਜੋੜਦੇ ਰਹੇ। ਪਹਿਲੀ ਘਟਨਾ ਹੈ, ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਦਰਬਾਰ ਲੱਗਿਆ ਹੋਇਆ, ਸੰਗਤਾਂ ਦਰਸ਼ਨ ਕਰ ਰਹੀਆਂ ਨੇ। ਇੰਨੇ ਵਿੱਚ ਦੂਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵੱਡੇ ਸਪੁੱਤਰ ਬਾਬਾ ਦਾਤੂ ਜੀ ਆਉਂਦੇ ਨੇ, ਤੇ ਗੁਰਗੱਦੀ 'ਤੇ ਬੈਠੇ ਹੋਏ ਗੁਰੂ ਅਮਰਦਾਸ ਜੀ ਨੂੰ ਵੇਖ ਕੇ ਗੁੱਸੇ ਨਾਲ ਲਾਲ ਪੀਲੇ ਹੋ ਜਾਂਦੇ ਨੇ। ਕਿਉਂਕਿ ਵੇਖੋ, ਸ਼ੁਰੂ ਤੋਂ ਗੱਲ ਹੈ ਨਾ ਕਿ ਗੁਰਗੱਦੀ ਉਹਨਾਂ ਨੂੰ ਚਾਹੀਦੀ ਸੀ। ਉਹ ਕਹਿੰਦੇ ਸੀ ਵੀ ਸਾਨੂੰ ਗੁਰਗੱਦੀ ਮਿਲੇ, ਅਸੀਂ ਗੁਰਗੱਦੀ ਦੇ ਵਾਰਸ ਬਣੀਏ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਿਉਂ ਵਾਰਸ ਬਣ ਗਏ ਨੇ? ਬਾਬਾ ਦਾਤੂ ਜੀ ਗੁੱਸੇ ਨਾਲ ਭਰੇ ਪੀਲੇ ਹੋ ਕੇ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਕੋਲ ਆਉਂਦੇ ਨੇ, ਤੇ ਉਹਨਾਂ ਨੂੰ ਤਖਤ 'ਤੇ ਬੈਠਿਆਂ ਨੂੰ ਖਿੱਚ ਕੇ ਲੱਤ ਮਾਰਦੇ ਨੇ। ਜਦੋਂ ਮਹਾਰਾਜ ਨੂੰ ਲੱਤ ਵੱਜਦੀ ਏ ਤੇ ਮਹਾਰਾਜ ਥੱਲੇ ਡਿੱਗਦੇ ਨੇ। ਥੱਲੇ ਡਿੱਗਦਿਆਂ ਸਾਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨਿਮਰਤਾ ਦੇ ਪੁੰਜ ਬਾਬਾ ਦਾਤੂ ਜੀ ਦੇ ਚਰਨ ਫੜ ਕੇ ਕਹਿੰਦੇ ਨੇ, ਇਤਿਹਾਸ ਵਿੱਚ ਇਸ ਦਾ ਜ਼ਿਕਰ ਇਸ ਤਰ੍ਹਾਂ ਮਿਲਦਾ ਹੈ, ਏਕ ਤੋਂ ਹਮ ਬਿਰਧ ਪੜਿਓ, ਦੂਜਾ ਸੇਵਾ ਕਰ ਰਹੇ ਹੋ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਇੱਕ ਤਾਂ ਮੈਂ ਬਿਰਧ ਅਵਸਥਾ ਵਿੱਚ ਆ ਗਿਆ, ਮੇਰਾ ਸਰੀਰ ਬਿਰਧ ਹੋ ਗਿਆ, ਬਜ਼ੁਰਗ ਹੋ ਗਿਆ। ਦੂਜਾ ਮੈਂ ਸੇਵਾ ਕਰਦਾ। ਸੇਵਾ ਕਿਹਦੀ? ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਦੀ ਸੇਵਾ ਕਰਦਾ, ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੀਆਂ ਸੇਵਾ ਕਰਦਾ, ਗੁਰਸਿੱਖੀ ਦੀ ਸੇਵਾ ਕਰਦਾ। ਤੇ ਇਹ ਸੇਵਾ ਕਰਦੇ ਕਰਦੇ, ਸੰਗਤਾਂ ਦੀਆਂ ਸੇਵਾ ਕਰਦੇ ਕਰਦੇ ਮੇਰਾ ਜਿਹੜਾ ਸਰੀਰ ਹੈ, ਇਹ ਜਿਹੜਾ ਮੇਰਾ ਬਿਰਧ ਸਰੀਰ ਹੈ, ਇਹਦੇ ਵਿੱਚ ਅਨੋਖੀ ਤਾਕਤ ਆ ਚੁੱਕੀ ਹੈ, ਅਨੋਖਾ ਮੇਰੇ ਵਿੱਚ ਬਲ ਭਰ ਚੁੱਕਿਆ ਹੈ। ਤੇ ਕਿਤੇ ਮੇਰੇ ਤੁਸੀਂ ਲੱਤ ਮਾਰੀ ਬਾਬਾ ਦਾਤੂ ਜੀ। ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਬਾਬਾ ਦਾਤੂ ਜੀ ਤੁਸੀਂ ਮੇਰੇ ਲੱਤ ਮਾਰੀ, ਤੁਸੀਂ ਸਤਿਕਾਰਯੋਗ ਹੋ, ਗੁਰੂ ਸਪੁੱਤਰ ਹੋ, ਦੂਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਤਿਕਾਰਯੋਗ ਵੱਡੇ ਸਪੁੱਤਰ ਹੋ, ਵੱਡੇ ਸਾਹਿਬਜ਼ਾਦੇ ਹੋ। ਬਾਬਾ ਦਾਤੂ ਜੀ ਤੁਸੀਂ ਮੇਰੇ ਲੱਤ ਮਾਰੀ, ਮੈਨੂੰ ਤੇ ਕੁਝ ਨਹੀਂ ਹੋਇਆ। ਕਿਤੇ ਮੇਰਾ ਜਿਹੜਾ ਸਰੀਰ ਹੈ, ਜਿਹੜਾ ਕਿ ਸੇਵਾ ਕਰ ਕਰਕੇ, ਸੰਗਤਾਂ ਨੂੰ ਪ੍ਰਸ਼ਾਦਾ ਛਕਾ ਕੇ, ਮਨੋਬਲ ਇਕਾਗਰਚਿਤ ਕਰਕੇ ਜਿਹੜਾ ਮੇਰਾ ਸਰੀਰ ਹੈ ਇਹ ਇੰਨਾ ਸਖਤ ਹੋ ਗਿਆ ਹੈ। ਬਾਬਾ ਜੀ ਮੈਨੂੰ ਤੇ ਕੁਝ ਨਹੀਂ ਹੋਇਆ, ਕਿਤੇ ਤੁਹਾਡੇ ਪੈਰ 'ਤੇ ਕੁਝ ਖਰੋਂਚ ਤੇ ਨਹੀਂ ਲੱਗੀ। ਵੇਖੋ ਕਿੱਡੀ ਵੱਡੀ ਨਿਮਰਤਾ ਹੈ। ਅੱਛਾ, ਦੂਸਰੀ ਗੱਲ, ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਇੱਕ ਮੁਸਲਮਾਨ ਫਕੀਰ ਮਿਲਣ ਵਾਸਤੇ ਆਉਂਦਾ ਹੈ। ਤੇ ਜਦੋਂ ਉਹ ਆਣ ਕੇ ਵਹਿੰਦਾ ਹੈ ਤੇ ਉਹ ਦੇਖਦਾ ਗੁਰੂ ਅਮਰਦਾਸ ਕੌਣ ਨੇ,
ਦੇਖੀਏ ਤਾਂ ਸਹੀ ਵੀ ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਦੀ ਜ਼ਿੰਮੇਵਾਰੀ ਜਿਨ੍ਹਾਂ ਨੂੰ ਮਿਲੀ ਏ ਉਹ ਕਿੰਨੇ ਕੁ ਕਾਬਲ ਨੇ ਜਿਹੜਾ ਉਹਨਾਂ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਮਿਲੀ ਏ। ਜਦੋਂ ਆਉਂਦਾ ਹੈ ਤੇ ਸਭ ਨੂੰ ਪੁੱਛਦਾ ਗੁਰੂ ਅਮਰਦਾਸ ਜੀ ਕੌਣ ਨੇ, ਗੁਰੂ ਅਮਰਦਾਸ ਜੀ ਕੌਣ ਨੇ। ਤੇ ਫਿਰ ਉਹ ਇੱਕ ਪੰਗਤ ਵਿੱਚ ਜਦੋਂ ਜਾਂਦਾ ਹੈ ਤਾਂ ਇੱਕ ਬਿਰਧ ਅਵਸਥਾ ਦੇ ਸ਼ਖਸ ਨੂੰ ਮਿਲਦਾ ਹੈ। ਉਹਨਾਂ ਨੂੰ ਕਹਿੰਦਾ ਜੀ ਗੁਰੂ ਅਮਰਦਾਸ ਤੁਸੀਂ ਹੋ। ਤਾਂ ਗੁਰੂ ਅਮਰਦਾਸ ਸਾਹਿਬ ਜੀ ਉਦੋਂ ਲੰਗਰ ਦੀ ਸੇਵਾ ਕਰ ਰਹੇ ਹੁੰਦੇ ਨੇ, ਸੰਗਤਾਂ ਨੂੰ ਲੰਗਰ ਛਕਾ ਰਹੇ ਹੁੰਦੇ ਨੇ ਤੇ ਕਹਿੰਦੇ ਨੇ ਹਾਂ ਮੈਨੂੰ ਹੀ ਸੰਗਤਾਂ ਗੁਰੂ ਅਮਰਦਾਸ ਕਹਿੰਦੀਆਂ ਨੇ। ਤੇ ਉਹ ਫਕੀਰ ਜਿਹੜਾ ਹੈ ਉਹ ਵਿਚਾਰਾ ਕਰਨ ਲੱਗਦਾ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਨਾਲ ਵਿਚਾਰਾ ਕਰਨ ਲੱਗਦਾ ਹੈ। ਤੇ ਵਿਚਾਰਾਂ ਕਰਦਿਆਂ ਕਰਦਿਆਂ ਹੱਸ ਕੇ ਕਹਿੰਦਾ ਹੈ ਕਿ ਗੁਰੂ ਸਾਹਿਬ ਜੀ ਜੋ ਤੁਹਾਨੂੰ ਚਾਹੀਦਾ ਸੀ ਉਹ ਤੁਹਾਨੂੰ ਮਿਲ ਚੁੱਕਿਆ ਹੈ। ਤੇ ਗੁਰੂ ਸਾਹਿਬ ਹੱਸ ਕੇ ਕਹਿੰਦੇ ਨੇ ਮੈਨੂੰ ਕੀ ਮਿਲ ਗਿਆ। ਤੇ ਫਕੀਰ ਅੱਗੋਂ ਕਹਿੰਦਾ ਹੈ ਤੁਹਾਨੂੰ ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਦੀ ਜ਼ਿੰਮੇਵਾਰੀ ਮਿਲ ਗਈ ਹੈ, ਤੁਸੀਂ ਇਸ ਗੁਰਗੱਦੀ ਦੇ ਵਾਰਿਸ ਬਣ ਗਏ ਹੋ। ਤੇ ਤੁਸੀਂ ਉਹ ਸੇਵਾ ਤੁਸੀਂ ਪਹਿਲਾਂ ਕਰਦੇ ਸੀ ਤਾਂ ਜੋ ਇਹ ਗੁਰਗੱਦੀ ਮੈਨੂੰ ਮਿਲ ਜਾਵੇ, ਮੈਂ ਇਸ ਦਾ ਵਾਰਿਸ ਬਣ ਜਾਵਾਂ। ਤੁਹਾਨੂੰ ਇਹ ਗੁਰਗੱਦੀ ਮਿਲ ਚੁੱਕੀ ਹੈ ਸੱਚੇ ਪਾਤਸ਼ਾਹ, ਹੁਣ ਤੁਹਾਨੂੰ ਹੋਰ ਦੱਸੋ ਕੀ ਚਾਹੀਦਾ। ਸਾਧ ਸੰਗਤ ਜੀ ਧਿਆਨ ਦਿਓ, ਕਿਤੇ ਆਪਣਾ ਵੀ ਮਨ ਇਹੋ ਜਿਹਾ ਤੇ ਨਹੀਂ। ਫਕੀਰ ਦੀਆਂ ਗੱਲਾਂ ਸੁਣ ਕੇ ਆਪਣੇ ਅੰਦਰ 'ਚ ਇੱਕ ਵਾਰੀ ਝਾਤੀ ਜ਼ਰੂਰ ਮਾਰੀਏ। ਸਾਨੂੰ ਕੋਈ ਕੰਮ ਹੋਵੇ, ਸਾਡਾ ਕੋਈ ਪੇਪਰ ਹੋਵੇ, ਸਾਡਾ ਕੋਈ ਐਗਜ਼ਾਮ ਹੋਵੇ, ਸਾਡਾ ਕੋਈ ਆਪਣੇ ਬੱਚੇ ਨੂੰ ਬਾਹਰ ਭੇਜਣਾ ਹੋਵੇ, ਸਾਡਾ ਕੋਈ ਘਰ ਦਾ ਜੀਅ ਬਿਮਾਰ ਹੋਵੇ ਤੇ ਆਪਾਂ ਕਹਿੰਦੇ ਹਾਂ ਮੈਂ 40 ਦਿਨ ਗੁਰਦੁਆਰੇ ਭਾਂਡਿਆਂ ਦੀ ਸੇਵਾ ਕਰਾਂਗਾ, ਮੇਰਾ ਫਲਾਣਾ ਕੰਮ ਬਣ ਜਾਵੇ। ਸੱਚੇ ਪਾਤਸ਼ਾਹ ਆਪਾਂ ਅਰਦਾਸ ਕਰਕੇ ਸੁੱਖ ਲੈਂਦੇ ਹਾਂ। ਮੈਂ 50 ਦਿਨ ਸੰਗਤਾਂ ਦੇ ਜੋੜੇ ਝਾੜਾਂਗਾ, ਮੈਂ 50 ਦਿਨ ਲੰਗਰ ਦੀ ਸੇਵਾ ਕਰਾਂਗਾ, ਮੈਂ 50 ਦਿਨ ਕੜਾਹ ਪ੍ਰਸ਼ਾਦ ਦੀ ਰਸਤ ਆਪਣੇ ਘਰੋਂ ਭੇਜਾਂਗਾ, ਮੈਂ ਇੰਨੇ ਦਿਨ ਇੰਨੇ ਗ੍ਰੰਥੀਆਂ ਨੂੰ ਮੈਂ ਪ੍ਰਸ਼ਾਦਾ ਛਕਾਵਾਂਗਾ, ਮੈਂ ਇੰਨੇ ਦਿਨ ਝਾੜੂ ਫੇਰਾਂਗਾ। ਕਿਤੇ ਸਾਡਾ ਵੀ ਦਿਮਾਗ, ਸਾਡਾ ਵੀ ਮਨ ਉਵੇਂ ਦਾ ਤੇ ਨਹੀਂ ਇੱਕ ਵਾਰੀ ਅੰਦਰਾਂ 'ਚ ਝਾਤੀ ਮਾਰ ਲਈਏ। ਤੇ ਉਹ ਫਕੀਰ ਦੀਆਂ ਗੱਲਾਂ ਤੋਂ ਸੱਚੇ ਪਾਤਸ਼ਾਹ ਸਮਝ ਗਏ ਵੀ ਇਹ ਵੀ ਇਹੀ ਸੋਚਦਾ ਹੈ ਵੀ ਇਹ ਜੋ ਸੇਵਾ ਮੈਂ ਕਰਦਾ ਸੀ ਸ਼ੁਰੂ ਤੋਂ ਇਹ ਗੁਰੂ ਨਾਨਕ ਸਾਹਿਬ ਦੀ ਗੱਦੀ ਵਾਸਤੇ ਲਈਏ। ਉਹ ਗੁਰੂ ਨਾਨਕ ਸਾਹਿਬ ਦੀ ਗੱਦੀ ਵਾਸਤੇ ਸੇਵਾ ਕੀਤੀ ਹੈ ਤਾਂ ਜੋ ਮੈਨੂੰ ਗੁਰਗੱਦੀ ਮਿਲ ਜਾਵੇ। ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਅੱਗੋਂ ਹੱਸ ਕੇ ਫਕੀਰ ਜੀ ਇੱਕ ਘਾਹ ਦੇ ਵੱਡੇ ਜਿਹੜੇ ਹੁੰਦੇ ਨੇ ਕੁੱਪ ਹੁੰਦੇ ਨੇ ਜਿਹੜੇ ਆਪਣੇ ਤੂੜੀਆਂ ਦੇ, ਤੇ ਕਹਿੰਦੇ ਵੀ ਉਹਦੇ ਵਿੱਚ ਕੋਈ ਗਰੀਬ ਹੀਰਾ ਲੱਭਦਾ ਸੀ ਪਿਆ। ਤੇ ਰੋਜ਼ ਹੀਰਾ ਲੱਭਦੇ ਲੱਭਦੇ ਨੂੰ ਵਹਿੰਦੇ ਨੂੰ ਇੱਕ ਅਮੀਰ ਆਦਮੀ ਆਇਆ, ਉਤੋਂ ਤੇ ਤਰਸ ਆ ਗਿਆ। ਉਹ ਕਹਿੰਦਾ ਵੀ ਆਹ ਰੋਜ਼ ਹੀਰਾ ਲੱਭਦਾ ਹੈ ਤੇ ਕਿਉਂ ਨਾ ਇਸ ਘਾਹ ਦੇ ਢੇਰ ਦੇ ਵਿੱਚ ਇੱਕ ਹੀਰਾ ਸੁੱਟ ਦਈਏ। ਤੋ ਇੱਕ ਦਿਨ ਹੀਰਾ ਸੁੱਟ ਕੇ ਚਲਾ ਜਾਂਦਾ ਤੇ ਜਿਹੜਾ ਬੰਦਾ ਘਾਹ 'ਚੋਂ ਹੀਰਾ ਪਿਆ ਲੱਭਦਾ ਸੀ ਉਹਨੂੰ ਹੀਰਾ ਮਿਲ ਜਾਂਦਾ। ਤੇ ਰਹੀ ਗੱਲ ਉੱਥੇ ਫੇਰ ਗੱਲ ਆ ਜਾਂਦੀ ਹੈ, ਵੇਖੋ ਸਾਧ ਸੰਗਤ ਜੀ, ਕਿ ਜਿਹੜਾ ਬੰਦਾ ਹੀਰਾ ਲੱਭਦਾ ਹੈ ਜੇ ਤੇ ਉੱਥੇ ਰੁਕ ਜਾਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਹਦੀ ਤ੍ਰਿਸ਼ਨਾ ਖਤਮ ਹੋ ਗਈ ਹੈ, ਜਾਂ ਉਹ ਕਿਸੇ ਇੱਕ ਅਜੋਕੇ ਕਾਰਜ ਵਾਸਤੇ ਹੀ, ਉਹਨੇ ਕੋ ਕਾਰਜ ਵਾਸਤੇ ਹੀ ਉਹ ਕੰਮ ਕਰਦਾ ਸੀ, ਜਾਂ ਕਹਿ ਲਈਏ ਉਹ ਸੇਵਾ ਕਰਦਾ ਸੀ। ਉਹਨੂੰ ਹੀਰਾ ਲੱਭ ਜਾਂਦਾ ਹੈ ਤੇ ਜੇ ਉਹ ਰੁਕ ਜਾਂਦਾ ਹੈ ਤਾਂ ਉਹਦੀ ਤ੍ਰਿਸ਼ਨਾ ਮੁੱਕ ਗਈ ਏ। ਤੇ ਫਕੀਰ ਜੀ ਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਫਕੀਰ ਜੀ, ਤੇ ਜੇ ਮੈਂ ਘਾਹ ਦੇ ਢੇਰ 'ਚੋਂ, ਜੇ ਮੈਨੂੰ ਤੁਸੀਂ ਲਾ ਲਓ ਕਿ ਮੈਂ ਘਾਹ ਦੇ ਢੇਰ 'ਚੋਂ ਹੀਰਾ ਲੱਭਿਆ ਤੇ ਮੈਂ ਤਲਾਸ਼ਾਂ ਜਾਰੀ ਰੱਖਾਂਗਾ। ਉੱਥੇ ਹੀ ਗੱਲ ਆ ਗਈ ਫਕੀਰ ਜੀ ਕਿ ਮੈਂ ਜੇ ਸੇਵਾ ਕਰ ਕਰਕੇ, ਤੁਸੀਂ ਕਹਿੰਦੇ ਹੋ ਵੀ ਤੁਸੀਂ ਸੇਵਾ ਤਾਂ ਕਰਦੇ ਸੋ, ਤੁਹਾਨੂੰ ਗੁਰਗੱਦੀ ਚਾਹੀਦੀ ਸੀ, ਤੇ ਹੋ ਸਕਦਾ ਮੇਰੀ ਸੇਵਾ ਮੈਂ ਆਪਣੇ ਅਖੀਰਲੇ ਸਵਾਸਾਂ ਤੱਕ ਮੈਂ ਸੇਵਾ ਕਰਦਾ ਰਵਾਂ, ਮੈਂ ਸੇਵਾ ਕਰਦਾ ਰਵਾਂ। ਕੀ ਪਤਾ ਅਕਾਲ ਪੁਰਖ ਮੈਨੂੰ ਕੀ ਕੁਝ ਹੋਰ ਬਖਸ਼ ਦੇਣ। ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਨਿਮਰਤਾ ਸਾਡੇ ਵਿੱਚੋਂ ਨਿਮਰਤਾ ਜਾ ਰਹੀ ਏ। ਸਾਨੂੰ ਤੇ ਕੋਈ ਇੱਕ ਥੱਪੜ ਮਾਰ ਦੇਵੇ ਸਾਡੀ ਨਿਮਰਤਾ ਉੱਥੇ ਹੀ ਖਤਮ ਹੋ ਜਾਂਦੀ ਹੈ। ਵੱਡੇ ਵੱਡੇ ਗੁਰਸਿੱਖ ਦੇਖੇ ਨੇ, ਵੱਡੇ ਵੱਡੇ ਕਹਿੰਦੇ ਕਹੁੰਦੇ ਬਲੀ ਭਲਵਾਨ ਦੇਖੇ ਨੇ, ਕਾਮ ਦੇ ਧੱਕੇ ਚੜ੍ਹ ਜਾਂਦੇ ਨੇ, ਕ੍ਰੋਧ ਦੇ ਧੱਕੇ ਚੜ੍ਹ ਜਾਂਦੇ ਨੇ, ਮੋਹ ਦੇ, ਲੋਭ ਦੇ, ਹੰਕਾਰ ਦੇ ਧੱਕੇ ਚੜ੍ਹ ਜਾਂਦੇ ਨੇ। ਪਰ ਸਾਧ ਸੰਗਤ ਜੀ ਅਸੀਂ ਬਾਣੀ ਪੜ੍ਹਦੇ ਹੀ ਤਾਂ ਆ। ਸਭ ਤੋਂ ਪਹਿਲਾਂ ਜੇ ਸਾਨੂੰ ਬਾਣੀ ਪੜ੍ਹਨ ਦਾ ਸਭ ਤੋਂ ਪਹਿਲਾਂ ਕੋਈ ਸਾਨੂੰ ਅਸੂਲ, ਕੋਈ ਇੱਕ ਨਿਯਮ, ਕੋਈ ਇੱਕ ਰੂਲ ਸਾਨੂੰ ਅਪਣਾਉਣਾ ਚਾਹੀਦਾ ਹੈ ਤਾਂ ਸਿਰਫ ਇੱਕੋ ਹੈ ਕਿ ਬਾਣੀ ਪੜ੍ਹਨ ਦੇ ਨਾਲ ਸਭ ਤੋਂ ਪਹਿਲਾਂ ਆਪਣਾ ਮਨ ਮਜ਼ਬੂਤ ਕਰ ਲਈਏ। ਤੀਸਰੇ ਪਾਤਸ਼ਾਹ ਤੋਂ ਇਹਨਾਂ ਸਿੱਖਿਆਵਾਂ ਤੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਲਾਗੂ ਕਰ ਲਈਏ। ਸੱਚੇ ਪਾਤਸ਼ਾਹ ਮਿਹਰ ਕਰਨ।
ਕਾਮ ਤੋਂ, ਕ੍ਰੋਧ ਤੋਂ, ਲੋਭ ਤੋਂ, ਮੋਹ ਤੋਂ, ਹੰਕਾਰ ਤੋਂ ਅਸੀਂ ਬਚੇ ਰਹੀਏ ਤੇ ਸੱਚੇ ਪਾਤਸ਼ਾਹ ਜੀ ਦੇ ਲੜ ਲੱਗੇ ਰਹੀਏ। ਦੇਖੋ, ਮੈਂ ਪਹਿਲਾਂ ਵੀ ਅਰਜ਼ ਕੀਤੀ ਹੈ, ਨਿਮਰਤਾ ਹੀ ਇਕਾਗਰਤਾ ਨੂੰ ਜਨਮ ਦਿੰਦੀ ਏ। ਤੇ ਕਈ ਪੁੱਛਦੇ ਨੇ ਕਿ ਜੀ ਬੜਾ ਪਾਠ ਕਰੀਦਾ, ਬੜਾ ਸਿਮਰਨ ਕਰੀਦਾ, ਇਕਾਗਰਤਾ ਨਹੀਂ ਬਣਦੀ, ਮਨ ਨਹੀਂ ਜੁੜਦਾ, ਕੀ ਕਰੀਏ? ਪਹਿਲੇ ਨਿਮਰਤਾ ਲਿਆਉਣੀ ਪੈਣੀ ਹੈ। ਫਿਰ ਮਹਾਰਾਜ ਜੀ ਦਾ ਉਹੀ ਬਚਨ ਦੁਹਰਾਉਂਦੇ ਹਾਂ, ਪੰਚ ਬੇਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ। ਕਿ ਸੱਚੇ ਪਾਤਸ਼ਾਹ ਜੀ, ਕਾਮ ਤੋਂ, ਕ੍ਰੋਧ ਤੋਂ, ਲੋਭ ਤੋਂ, ਮੋਹ ਤੋਂ, ਹੰਕਾਰ ਤੋਂ ਤੁਸੀਂ ਹੀ ਮੈਨੂੰ ਬਚਾਉਣਾ ਹੈ।